अस्सलाम वालेकुम। वालेकुम सलाम। बुजुर्गों की हाल है थोड़ा? अल्लाह का करम। सब तो पहले अपना तारुफ करवाओ। मेरा नाम हाजी मुनव्वर हुसैन जी, गाँव हीर ठीक है। जी। अच्छा भाई साहब, अज असीं तुहाडे कोल पुछांगे कि फार्मर हजरात साडे जिहड़े ने वो पुछना चाहते हैं इहो जिहियां गल्लां जिहड़ियां उन्हां दे काम आउण और रोज़मर्रा दे मामलों दे नाल गल्लां जुड़ियां हुंदियां ने। एक एक करके जरा क्लीयर करनी जे। वो जानवर पैलण मझ या दूजण या तीजण है जिहड़ी मझ नवीं नहीं हुंदी, जी जी ਉਹਨੂੰ ਕੀ ਦਈਏ तो नवीं होई है? ਹੁਣ ਸਰ ਗੋੜ ਤੇ ਲੂਣ, ठीक है। ਅਲਫਾ ਗੋੜ ਅਲਫਾ ਲੂਣ। अच्छा ਇਹ 5-6 ਦਿਨ ਲਗਾਤਾਰ ਦਿਓ। अच्छा ਜਿਵੇਂ ਅੱਜ ਦਿੱਤਾ ਹੈ, ਕੱਲ ਦਿੱਤਾ ਹੈ, ਸਾਂ 4-5 ਦਿਨ 6 ਦਿਨ ਦਿਓ, ਤੁਸੀਂ ਇਨਸ਼ਾਅੱਲਾ ਗਰਮ ਹੋਏਗਾ ਉਹ ਨਵਾਂ ਹੋ ਜਾਏਗਾ। अच्छा ਇਹ ਦੁਬਾਰਾ ਦੱਸਿਓ ਕਿ ਕਦੋਂ ਕਦੋਂ ਦੇਣਾ ਔਰ ਕਿੰਨਾ ਕਿੰਨਾ ਦੇਣਾ? ਅਲਫਾ ਗੋੜ, जी ਅਲਫਾ ਨਮਕ, ठीक है, ਇਹ ਲਾ ਕੇ ਤੇ ਉਹ ਤੁਸੀਂ ਕਾਗਜ਼ ਪਾ ਕੇ ਉਹਨੂੰ ਦੇ ਦਿਓ। सही हो गया। 5-6 दिन लगातार दोगे इंशाल्लाह, बल तो 3-4 दिन हो जाएगी, नहीं तो फिर 5-6 दिन तक इंशाल्लाह नवी हो जाएगी। ਉਂਝ ਅਮੂਮਨ ਲੋਕਾਂ ਦੀ ਅਗਾਹੀ ਵਾਸਤੇ ਜੀ। ਕੀ ਵਜ੍ਹਾ ਹੁੰਦੀ ਹੈ ਕਿ ਮੱਝ ਨਵੀਂ ਨਹੀਂ ਹੁੰਦੀ ਜਾਂ ਕੋਈ ਗਾਈ ਹੈ ਜਾਂ ਡੰਗਰ ਇਹ ਨਵਾਂ ਨਹੀਂ ਹੁੰਦਾ ਪਿਆ, ਉਹਦੀ ਵਜ੍ਹਾ ਕੀ ਹੁੰਦੀ ਹੈ? हीट नहीं, डंगर ठंडा है। ठीक है। हीट होएगी, गर्म होएगा तो ज़ाहिर के नवे दुध हो जाएगा। ਇਹ ਚੀਜ਼ਾਂ ਜਾਨਵਰ ਨੂੰ ਹੀਟ ਦਵਾਉਂਦੀਆਂ ਨੇ। जी, दूसरा है कि कोई जानवर कमज़ोर होंगे ने, ਹਾਂ ਬਿਲਕੁਲ ना उन्होंने पट्ठे सही पैंदे ने, ना उन्होंने खुराक पैंदी है, जी तो उसकी कमज़ोरी की वजह भी होंगी है। बिल्कुल ते बाद जानवर वे 2-2 साल नहीं नवे होंगे, कमज़ोर होंगे ने जी जी। इस वजह से। ਤੇ ਜਿਹੜਾ ਤੁਸੀਂ ਦੱਸਿਆ ਕਿ ਹੀਟ ਦਵਾਉਣ ਵਾਸਤੇ ਅਗਰ ਅਸੀਂ ਉਹਨੂੰ ਗਰਮੀ 'ਚ ਦਵਾਂਗੇ ਤੇ ਫਿਰ ਵੀ ਉਹ ਹੀਟ ਆਏਗੀ ਤੇ ਉਹ ਨੁਕਸਾਨਦੇਹ ਤੇ ਨਹੀਂ ਹੁੰਦਾ नहीं कोई ਨੁਕਸਾਨ? नुकसान, ਇਹਦਾ कोई नुकसान नहीं। ਅੱਛਾ ਸਰ, ਇੱਕ ਜਾਨਵਰ ਹੁੰਦਾ ਹੈ ਉਹਨੂੰ ਬਿਹਤਰ ਇਹ ਤੇ ਹੁੰਦਾ ਕਿ ਫਾਰਮ ਦੇ ਵਿੱਚ ਤੇ ਤੁਹਾਡਾ ਕੋਈ ਆਪਣਾ ਮਾਲੀ ਹੋਏ। जी जी, ਅਗਰ ਮਾਲੀ ਨਹੀਂ ਤੇ ਟੀਕਾ ਰਹਾਣਾ ਬਿਹਤਰ ਹੈ ਜਾਂ ਫਿਰ ਉਹਨੂੰ ਕਿਸੇ ਜਾਨਵਰ को ही खड़ना चाहिए? बेहतर हाल जानवर को, ठीक है माली को। जी, अगर वो नहीं मिलता तो टीका तो फिर मजबूरी है, सही है। टीका ही नहीं तुसी ਉਹਨੂੰ ਮਜਬੂਰੀ ਤੌਰ ਤੇ ਲਗਾਓ। मजबूरी तो लगवाना, क्योंकि आज तो फार्मर ला टीका डॉक्टर रात आके बता जाते जी। हैं। आज तू 20 साल पहले 10 साल पहले कोई पता ही नहीं सी टीका रखा। बिल्कुल सिर्फ सान ही माली काम करते हैं तो बेहतर हाल हो ये मजबूरी नहीं मिलता सही ਤੇ है। ਡਾਕਟਰ ਨੂੰ ਕਹਿ ਕੇ ਟੀਕਾ ਰਹਾ ਸਕਦਾ। ਮਾਲੀ ਜਾਂ ਸਾਨ ਹੈ, ਸੰਡਾ ਹੈ, ਵੈੜਾ ਹੈ, ਜਦੋਂ ਡੰਗਰਾਂ ਦੇ ਵਿੱਚ ਰੱਖਦੇ ਨੇ ਲੋਕ, ਇਹ ਫਾਰਮ ਦੀ ਜਾਨ ਹੁੰਦੀ ਹੈ। ਬਿਲਕੁਲ। ਤੁਸੀਂ ਆਪਣੇ ਤਜਰਬੇ ਦੇ ਮੁਤਾਬਕ ਕੀ ਕਹਿੰਦੇ ਹੋ ਕਿ ਕਿੰਨਿਆਂ ਡੰਗਰਾਂ ਦੇ ਵਿੱਚ ਇੱਕ ਮਾਲੀ ਹੋਣਾ ਜ਼ਰੂਰੀ ਹੈ? 10 ਮੱਝਾਂ। 10 ਮੱਝਾਂ? ਜੀ। ਘੱਟ ਕਿਉਂ ਨਹੀਂ? नहीं घट तो मजबूरी होती है कि एक बंदे ने 2-4 मझा रखी होती, एक माली रखना तो मुश्किल है। बिल्कुल मुश्किल है, लेकिन अगर रख सकता है तो रख सकता है तो 5 भी रख सकता। क्या बात है, क्या बात है, ये नहीं वो बेहतर है। जी वो बेहतर है। अच्छा, जानवर हीट ਵਿੱਚ ਵੀ ਆ ਗਿਆ और जानवर ਨੂੰ ਅਸੀਂ ਮਿਲਾ ਵੀ ਲਿਆ ਜੀ ਜਾਂ ਟੀਕਾ ਰਖਵਾ ਲਿਆ। ਜੀ ਜੀ ਬਾਅਦ ਬਾਅਦ ਜਾਨਵਰ ਹੀਟ ਵਿੱਚ ਆ ਕੇ ਨਵਾਂ ਬਣਦਾ ਹੈ ਜੀ ਜੀ ਔਰ ਫਿਰ ਜਾਂਦਾ ਹੈ, ਜਿਹੜਾ ਬਾਰ-ਬਾਰ ਫੇਰਦਾ ਉਹਦਾ ਕੀ ਇਲਾਜ ਕਰੀਏ? ਉਹਦਾ ਬਿਹਤਰੀਨ ਹਾਲਤ ਹੈ ਕਿ ਡਾਕਟਰ ਨਾਲ ਮਸ਼ਵਰਾ ਕਰਕੇ ਉਹਦੀ ਸਫਾਈ ਕੀਤੀ ਜਾਏ। ਠੀਕ ਹੈ। ਫਿਰ ਉਹਦਾ ਅਮਰ ਇੱਕ ਵਾਰ ਛੱਡ ਕੇ ਦੁਬਾਰਾ ਦੂਜੀ ਵਾਰ ਜਦੋਂ ਹੀਟ 'ਚ ਆਏ ਫਿਰ ਨਵਾਂ ਕਰਾਉਣਾ ਚਾਹੀਦਾ। ਸਹੀ ਹੋ ਗਿਆ, ਫਿਰ ਠੀਕ ਹੋ ਜਾਏਗਾ। ਤੇ ਬਾਅਦ ਕੁਝ ਕਹਿੰਦੇ ਨੇ ਕਿ ਗੰਢ ਹੁੰਦੀ ਹੈ ਅੰਦਰ ਕੋਈ, ਉਹਦੇ ਬੱਚਾਦਾਨੀ ਵਿੱਚ ਉਹਦਾ ਰਹਿਮ ਨਹੀਂ ਮਤਲਬ ਉਹ ਕੰਮ ਕਰਦਾ, ਤੇ ਉਹਦਾ ਫਿਰ ਕੀ ਇਲਾਜ ਕਰੀਏ? ਉਹਦਾ ਸਰ ਡਾਕਟਰ ਸਫਾਈ ਕਰੇਗਾ। ਅੱਛਾ। ਜੇ तो सफाई सही हो गई तो जाहिर गल है कि वो मझ अगू नवी दुध होएगी, ठीक हो जाएगी। जेकर नहीं साफ हुई तो फिर वो कसाइयां जो भी जाएगी। ठीक हो गया। ਉਂਝ ਕਿੰਨਾ ਕੁ ਇੰਤਜ਼ਾਰ ਕਰਨਾ ਚਾਹੀਦਾ ਮੱਝ ਜਿਹੜੀ ਬਾਰ-ਬਾਰ ਫੇਰਦੀ ਹੈ? ਕਈ ਤੇ ਸਾਨੂੰ ਅੱਜ ਤੱਕ ਫਾਰਮਰ ਕਹਿੰਦੇ ਨੇ ਕਿ ਯਾਰ ਅਸੀਂ ਇਹਨੂੰ 8-8 ਵਾਰੀ ਲਵਾ ਹੜਿਆ ਤੇ ਫਿਰ ਉਹਦੇ ਬਾਅਦ ਫਿਰ ਜਾਂਦੀ ਹੈ, ਉਹ ਕੀ ਕਰੀਏ? ਇਹ ਬੜਾ ਇਲਾਜ 8 ਵਾਰੀ ਜਾਂ 10 ਵਾਰੀ ਹੋ ਜਾਏ, ਉਸ ਤੋਂ ਬਾਅਦ ਫਿਰ ਬੰਦਾ ਤੰਗ ਪੈ ਜਾਂਦਾ। ਠੀਕ ਹੈ। ਕੀ ਖਿਆਲ ਹੈ? ਤੇ ਜ਼ਾਹਿਰ ਹੈ ਕਿ ਉਹਨੂੰ 2-4 ਵਾਰੀ ਹੋਈ ਹੈ, ਉਹਨੂੰ ਫਿਰ ਡਾਕਟਰ ਨੂੰ ਚੈੱਕ ਕਰਾ ਲੈਣਾ ਚਾਹੀਦਾ। ਸਹੀ ਹੈ। ਜ਼ਾਹਿਰ ਹੈ ਉਹਦੇ ਅੰਦਰ ਖਰਾਬੀ ਹੈ, ਗੰਢ ਹੈ, ਤੇ ਇਸ ਵਜ੍ਹਾ ਨਾਲ ਉਹ ਨਹੀਂ ਖਲੋ ਰਹੀ। ਤੇ ਦੇਸੀ ਉਹਨੂੰ ਕੀ ਚੀਜ਼ਾਂ ਦਈਏ ਜਿਹੜੇ ਮਿਰਚ ਮਸਾਲੇ ਨੇ ਤਾਂ ਕਿ ਉਹ ਖਲੋਈਏ? देसी तेज का तेल दे देंगे, मशकोर दे देंगे, मूलियाँ दे देंगे जी। देसी इलाज तो है ही नहीं। ठीक है। तो अगर हो जाए तो अमल तो ठीक है, नहीं तो फिर डॉक्टर ਨਾਲ रिव्यू करनी चाहिए। ਬਾਸ ਗਤ ਮੱਝ ਜਿਹੜੀ ਹੈ ਉਹ ਨਵੀਂ ਹੀਟ 'ਚ ਨਹੀਂ ਆਂਦੀ, ਤੁਸੀਂ ਹੀਟ ਦਾ ਇਲਾਜ ਦੱਸ ਦਿੱਤਾ, ਫਿਰ ਨਵੀਂ ਨਹੀਂ ਹੁੰਦੀ, ਉਹਨੂੰ ਨਵੀਂ ਹੋ ਗਈ, ਫਿਰ ਖਲੋਂਦੀ ਨਹੀਂ, ਖਲੋ ਵੀ ਗਈ, ਲੇਕਿਨ ਬਾਸ ਗਤ ਮੱਝ ਤਰੂ ਜਾਂਦੀ ਹੈ। ਉਹ ਤਰੂ ਕਿਉਂ ਜਾਂਦੀ ਹੈ ਔਰ ਅਗਰ ਤਰੂਈਏ ਤਾਂ ਉਹਦਾ ਕੀ ਇਲਾਜ ਕਰੀਏ? ਸਰ ਉਹਦੇ 2-3 ਚੀਜ਼ਾਂ ਨਾ, ਇੱਕ ਤੇ ਖੁਸ਼ਕੀ ਹੁੰਦੀ ਹੈ ਜੀ, ਗਰਮੀ ਵੀ ਹੁੰਦੀ ਹੈ, टीका लोग ला रहे ने मझां नूं दुध दी धार कढण वास्ते। ठीक है। ਇਹ ਵੀ ਜ਼ਿਆਦਾ ਚੰਗਾ ਨਹੀਂ। ਆਮੂਮਨ ਡੰਗਰ ਜਿਹੜੇ ਗਰਮੀ ਦੇ ਵਿੱਚ 2 ਟਾਈਮ ਟੀਕਾ ਲਾ ਕੇ ਤੇ ਤੁਸੀਂ ਉਹਦੀ ਚੁਆਈ ਕਰ ਦਿਓ ਜੀ। ਬਿਲਕੁਲ। ਤੇ ਉਹਦਾ ਵੀ ਅਸਰ ਪੈ ਜਾਂਦਾ ਕਿ ਡੰਗਰ 6ਵੇਂ ਮਹੀਨੇ 5ਵੇਂ ਮਹੀਨੇ ਜਾ ਕੇ ਤਰੂ ਜਾਂਦਾ। ਸਹੀ ਹੈ। ਬੱਚਾ ਸੁੱਟ ਦਿੰਦਾ ਜੀ, ਕਿਉਂਕਿ ਜ਼ਾਹਿਰ ਹੈ ਕਿ ਜਿਹੜਾ ਟੀਕਾ ਇਹ ਹੀਟ ਹੈ,
ਬਿਲਕੁਲ ਸਹੀ। ਇਹਦਾ ਇਹਤਿਆਤ ਕਰਨੀ ਚਾਹੀਦੀ। ਤੇ ਜਿਹੜਾ ਜਾਨਵਰ ਤਰੂਈ ਜਾਂਦਾ ਹੈ ਉਹਦਾ ਫਿਰ ਕੀ ਇਲਾਜ ਕਰੀਏ ਦੀ ਸਫਾਈ ਸਫਾਈ ਵਾਸਤੇ, ਉਹਨੂੰ ਦੁਬਾਰਾ ਵਾਪਸ ਦੁੱਧ ਤੇ ਲਿਆਉਣ ਵਾਸਤੇ, ਕਿਉਂਕਿ ਦੁੱਧ ਉਹਦਾ ਘਟ ਗਿਆ, ਉਹਦਾ ਫਿਰ ਕੀ ਇਲਾਜ ਕਰੀਏ? ਫਿਰ ਉਹ ਨਵੇਂ ਸਿਰੇ ਖੁਰਾਕ ਪਾਣੀ ਜੇ ਉਸਨੇ ਜਿਸ ਤਰ੍ਹਾਂ ਦੂਜੀਆਂ ਮਈਆਂ ਪਾਉਂਦੇ ਹੋ। ਠੀਕ ਹੋ ਗਿਆ। ਵਾਸਤਾ ਉਹਦਾ ਟਾਈਮ ਲੱਗੇਗਾ। ਮੈਂ 7 ਮਹੀਨੇ ਜਾਂ 8 ਮਹੀਨੇ 9 ਮਹੀਨੇ ਬਾਅਦ ਤਰੂਈ ਤੇ ਗਲਕਾਂਦ ਦੁੱਧ ਚੀਨੀ ਜੀ ਉਹਦਾ ਇੱਕ ਕਾੜਾ ਬਣਾ ਕੇ ਉਹ 3 ਦਿਨ ਦੇ ਕੇ ਵੇਖੋ ਤੁਸੀਂ। ਠੀਕ ਹੋ ਗਿਆ। ਜਿੱਦਣ ਉਹਦਾ ਟਾਈਮ ਪੂਰਾ ਹੋਏਗਾ ਨਾ, ਮਿਸਾਲ 8 ਮਹੀਨੇ 9 ਮਹੀਨੇ ਬਾਅਦ ਤਰੂਈ ਜਾਂਦੀ ਹੈ, ਮਹੀਨਾ ਰਹਿ ਗਿਆ ਉਹਦਾ, ਉਹ ਮਹੀਨੇ ਦੇ ਦਿਨ ਪੂਰੇ ਹੋਣਗੇ, ਉਹਦੀ ਖੁਰਾਕ ਪੂਰੀ ਕਰੋ, ਉਹਦੇ ਨਾਲ ਗਲਕਾਂਦ ਦਿਓ, ਇਨਸ਼ਾਅੱਲਾ ਦੁੱਧ ਪੂਰਾ ਕਰ ਜਾਏਗੀ। ਸਹੀ ਹੋ ਗਿਆ। ਜਿਹੜੀ ਮੱਝ ਤਰੂ ਜਾਂਦੀ ਹੈ ਉਹ ਤਰੂ ਗਈ ਹੈ, ਉਹਦਾ ਇਲਾਜ ਅਸੀਂ ਕਰ ਲਿਆ, ਤੇ ਬਾਅਦ ਚ ਕਿੰਨੇ ਦਿਨਾਂ ਬਾਅਦ ਜਾਂ ਕਿੰਨੇ ਮਹੀਨਿਆਂ ਬਾਅਦ ਉਹਨੂੰ ਨਵਾਂ ਕਰਾਈਏ? ਫਿਰ ਜਦੋਂ ਗਰਮ ਹੋਏ ਉਹ ਕਰਾ ਉਦੋਂ ਜਦੋਂ ਬੋਲੇ ਫਿਰ ਕਰਵਾ ਦਿਓ, ਫਿਰ ਕੋਈ ਹਰਜ ਤਾਂ ਨਹੀਂ ਕੋਈ ਮਸਲਾ? ਨਹੀਂ ਕੋਈ ਹਰਜ ਨਹੀਂ, ਉਹ ਜਲਦੀ ਹੀ ਗਰਮ ਹੋ ਜਾਏਗੀ। ਠੀਕ ਹੋ ਗਿਆ ਜੀ, ਕਿਉਂਕਿ ਉਹ ਤਰੂਈ ਇਸੇ ਵਜ੍ਹਾ ਨਾਲ, ਹਾਂ ਉਹ ਗਰਮੀ ਹੀਟ ਦੀ ਵਜ੍ਹਾ ਨਾਲ ਤਰੂਈ ਹੈ। ਠੀਕ ਹੋ ਗਿਆ। ਇਨਸ਼ਾਅੱਲਾ ਤੁਸੀਂ ਦੇਖੋ ਕਿ ਜਿਹੜੀਆਂ ਤਰੂਈਆਂ ਮੱਝਾਂ ਉਹ ਛੇਤੀ ਹੀਟ ਚ ਆ ਜਾਂਦੀਆਂ ਨੇ, ਬਹੁਤ ਜਲਦੀ ਆ ਜਾਂਦੀਆਂ ਨੇ। ਔਰ ਜਿਹੜਾ ਤੁਸੀਂ ਨੁਸਖਾ ਦੱਸਿਆ ਕਿ ਉਹਦੇ ਖੁਰਾਕ ਵਗੈਰਾ ਠੀਕ ਕੀਤੀ ਜਾਏ ਤੇ ਉਹ ਦੁੱਧ ਵੀ ਪ੍ਰੋਪਰ ਦੇਣ ਲੱਗ ਪਈ। ਅੱਛਾ, ਬਾਅਦ ਬਾਤ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮੱਝ ਜਿਹੜੀ ਉਹ ਬਣ ਗਈ ਹੈ, ਉਹ ਆਪਣਾ ਖਲੋ ਵੀ ਗਈ ਹੈ, ਹੁਣ ਸੂਣ ਤੋਂ ਪਹਿਲੇ ਪ੍ਰੋਪਰ ਸਹੀ ਤਰੀਕੇ ਨਾਲ ਚੱਲਦਾ ਪਿਆ ਮਾਮਲਾ, ਸੂਣ ਤੋਂ ਪਹਿਲੇ ਮਹੀਨਾ ਜਾਂ 15 ਦਿਨ ਕਿਹੜੀ ਕਿਹੜੀ ਚੀਜ਼ ਦਈਏ ਜਿਹੜਾ ਜਾਨਵਰ ਅੱਛੇ ਤਰੀਕੇ ਨਾਲ ਉਹਦਾ ਸੋਆ ਵੀ ਅੱਛਾ ਹੋਏ ਔਰ ਉਹ ਦੁੱਧੂ ਵੀ ਵਧੇ? ਬਿਹਤਰੀ ਤੇ ਉਹਦਾ ਜੀ, ਉਹਦੇ 'ਚ ਦੇਸੀ ਤੇਲ ਆ ਜਾਏ ਕਿ 5-6 ਚੀਜ਼ਾਂ ਨੇ ਜੀ। ਇੱਕ ਤਾਂ ਜਾਨਵਰ ਜਿਹੜਾ ਹੈ ਉਹ ਤਾਕਤ ਹੋ ਜਾਂਦਾ ਹੈ, ਬਿਲਕੁਲ ਸਹੀ, ਤਿਆਰ ਹੋ ਜਾਂਦਾ ਹੈ। ਕਣਕ, ਬਿਲਕੁਲ ਸਹੀ, ਕਣਕ ਦੀ ਕੋਈ ਚੀਜ਼ ਨਹੀਂ ਜੀ। ਅਲਸੀ ਜੀ, ਮਸਰ ਸਹੀ ਹੈ, ਤਾਰਾ ਮੀਰਾ, ਸਹੀ ਹੈ। ਇਸ ਤਰ੍ਹਾਂ 5-6 ਚੀਜ਼ਾਂ ਨੇ। ਕੁਝ ਲੋਕ ਸ਼ੱਕਰ ਗੁੜ ਵੀ ਕਹਿੰਦੇ ਨੇ, ਦੇਸੀ ਘਿਓ ਵੀ ਕਹਿੰਦੇ ਨੇ, ਉਹਦੇ ਬਾਰੇ ਉਹ ਜਿੰਨਾ ਇਲਾਜ ਨੇ ਉਹਦੇ ਤੁਸੀਂ ਕਰ ਸਕਦੇ ਹੋ, ਲੇਕਿਨ ਇਹ ਜਿਹੀਆਂ ਚੀਜ਼ਾਂ ਨਾ ਵਿੱਚ ਚਨੇ ਕਾਲੇ ਜੀ, ਇਹ ਸਾਰੇ ਦਲਾ ਕੇ ਜੀ ਉਹ ਤੁਸੀਂ ਵਿੱਚ ਕਣਕ ਪਾ ਲਿਓ ਕੋਈ 20 ਸਿਰ। ਠੀਕ ਹੈ। ਅਗਰ ਤਫੀਕ ਹੈ ਤੁਸੀਂ ਮਣ ਦਾ ਬਣਾ ਲਓ, ਅੱਛਾ, ਨਹੀਂ ਤੇ 20 ਸਿਰ ਕਣਕ ਲਵੋ। ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ 2-2 ਕਿਲੋ 2.5 ਕਿਲੋ ਪਹਿਲੇ ਪਾ ਕੇ ਉਹਨੂੰ ਦੇਖੋ ਖਾ ਲੈਂਦੀ ਹੈ, ਮਿਕਸ ਕਰਕੇ ਉਹਨੂੰ ਪਾਓ। ਅਗਰ ਦੇ ਸਕਦੇ ਤੁਸੀਂ ਮਹੀਨਾ ਹੀ ਪੂਰਾ ਦਿਓ, ਰੋਜ਼ ਕਿਲੋ ਹੀ ਰੋਜ਼ ਤੁਸੀਂ ਪਾਓਗੇ ਨਾ, ਤੇ ਇੱਕ ਤਾਂ ਤਾਕਤਦਾਰ ਵੀ ਹੈਗੀ, ਇੱਕ ਇਨਸ਼ਾਅੱਲਾ ਜਦੋਂ ਸੂਏਗੀ ਨਾ ਤਾਂ ਦੁੱਧ ਪੂਰਾ ਦੇਗੀ ਜਿੰਨਾ ਕਿ ਦਿੰਦੀ, ਉਸ ਤੋਂ ਜ਼ਿਆਦਾ ਦੇਗੀ। ਇਹ ਨੁਸਖਾ ਸੌਣ ਤੋਂ ਪਹਿਲੇ ਕਿੰਨੇ ਦਿਨ ਪਹਿਲੇ ਲਾਣਾ ਚਾਹੀਦਾ? ਮਹੀਨਾ ਪਹਿਲਾਂ ਲਾ ਲਓ, 15 ਦਿਨ ਲਾ ਲਓ, ਸੌਣ ਤੱਕ ਇਸ ਮਹੀਨੇ 10ਵੇਂ ਮਹੀਨੇ ਦੇ ਸਕਦੇ। ਤੇ ਜਿਹੜੇ ਲੋਕ ਕਹਿੰਦੇ ਨੇ ਕਿ ਇਹਨਾਂ ਨੂੰ ਗੁੜ ਦੇਣਾ ਚਾਹੀਦਾ ਹੈ, ਫਿਰ ਥਣ ਚੱਡਾ ਬਹਾਨਾ ਵੱਧਦਾ ਹੈ, ਗੁੜ ਨਾਲ ਪਹਿਲੇ ਲੋਕ ਦੇ ਰਹੇ ਹਨ, ਲੇਕਿਨ ਹੁਣ ਗੁੜ ਛੱਡ ਗਏ ਨੇ ਕਿ ਗੁੜ ਨਾਲ ਸੋਜ ਪਾਈ ਜਾਂਦੀ ਹੈ, ਚੰਦਰਾ। ਹਾਂ, ਜ਼ਬਰਦਸਤ। ਉਹ ਇਹ ਵੀ ਸੁਣਿਆ ਕਿ ਉਹ ਸੋਜ ਪਾਈ ਜਾਂਦੀ ਹੈ ਤਾਂ ਲੋਕਾਂ ਨੂੰ ਲੱਗਦਾ ਕਿ ਚੱਡਾ ਜਿਹੜਾ ਨਾਲ ਲਿਬਾਸ ਵੱਧਦਾ ਹੈ, ਲੇਕਿਨ ਉਹ ਵਪਾਰੀ ਲੋਕ ਨੇ ਜਿਹੜੇ ਦਿਖਾਵਾ ਬਣਾਉਂਦੇ ਨੇ। ਠੀਕ ਹੋ ਗਿਆ। ਤੇ ਵੈਸੇ ਜਿਹੜਾ ਇੰਨਾ ਗੁੜ ਨਹੀਂ ਦੇਣਾ ਚਾਹੀਦਾ। ਔਰ ਇਹ ਜਿਹੀ ਚੀਜ਼ਾਂ ਨੇ, ਇਹ ਭਾਰੀਆਂ ਚੀਜ਼ਾਂ ਨਹੀਂ ਜਿਹੜੀਆਂ ਤੁਹਾਨੂੰ ਦੱਸੀਆਂ ਨੇ ਸਾਰੀਆਂ, ਕਣਕ ਹੋ ਗਿਆ, ਮਕਈ ਹੋ ਗਈ, ਮੱਝ ਵਾਸਤੇ ਕੋਈ ਭਾਰਾ ਨਹੀਂ। ਠੀਕ ਹੋ ਗਿਆ। ਮੱਝ ਦੁੱਧ ਦੇਗੀ, ਨਹੀਂ ਗਰਮ ਹੀ ਨਹੀਂ ਲੱਗਣਗੀਆਂ। ਔਰ ਇਹ ਸਰਦੀਆਂ ਗਰਮੀਆਂ ਦੋਵਾਂ ਤਜਰਬਾ ਕੀਤਾ ਜੇ ਸਰਦੀਆਂ ਜੀ। ਕੀ ਬਾਤ, ਕੀ ਫਿਰ ਤੇ ਗੱਲ ਮੁੱਕ ਗਈ। ਜਿਹੜਾ ਤਜਰਬਾ ਤੁਸੀਂ ਕੀਤਾ ਫਿਰ ਤਜਰਬਾ ਕੀਤਾ ਕਿ ਇੱਕ ਗਾਈ 2-2.5 ਕਿਲੋ ਦੁੱਧ ਦਿੰਦੀ ਸੀ। ਅੱਛਾ, ਇਹ ਵੰਡੇ ਦੇ ਨਾਲ ਬਿਲਕੁਲ 10 ਸਿਰ ਤੋਂ ਗਈ ਹੈ। ਇਹਦੇ ਜਿਹੜਾ ਤੁਸੀਂ ਵੰਡਾ ਦੱਸਿਆ ਤੇ ਬੜਾ ਕੁਦਰਤੀ ਵੰਡਾ ਨਾ, ਇੱਕ ਨੈਚੁਰਲ, ਇਹਦੇ ਤੇ ਹਾਂਜੀ ਇਹਦਾ ਤਾਂ ਜੋੜ ਕੋਈ ਨਹੀਂ। ਜੀ ਜੀ। ਅੱਛਾ, ਇਹ ਸਾਰਾ ਕੁਝ ਅਸੀਂ ਦੇ ਦਿੱਤਾ, ਹੁਣ ਸਾਡੀ ਜਿਹੜੀ ਮੱਝ ਉਹ ਸੂਣ ਤੇ ਆ ਗਈ ਹੈ। ਠੀਕ ਹੈ। ਬਾਜ਼ ਗਾਦ ਲੋਕ ਜਦੋਂ ਡੰਗਰ ਸੂਣ ਲੱਗਦਾ ਉਹਦੇ ਉਹਦੀਆਂ ਕੁਝ ਇਖਤਿਆਤਾਂ ਹੁੰਦੀਆਂ ਨੇ ਕਿ ਸਾਨੂੰ ਇੱਕ ਭਰਾ ਨੇ ਫੋਨ ਕੀਤਾ, ਉਹਨੇ ਕਿਹਾ ਯਾਰ ਮੇਰੀ ਮੱਝ ਪਤਾ ਨਹੀਂ ਕੀ ਮਾਮਲਾ ਹੋਇਆ ਸੀ ਕਿ ਸੂਈ ਉਹਦੇ ਬਾਅਦ ਉਹ ਉੱਠੀ ਨਹੀਂ, ਪਤਾ ਨਹੀਂ ਉਹਨੂੰ ਕੋਈ ਸ਼ੈ ਵੱਜ ਗਈ ਹੈ ਜਾਂ ਉਹਨੂੰ ਕੋਈ ਲੱਤ ਜਿਹੜੀ ਉਹ ਲੰਘਾਉਂਦੀ ਹੈ, ਤੇ ਇਹਤਿਆਤਾਂ ਵੀ ਨੇ ਕੁਝ, ਤੇ ਉਹਦੇ ਕਿਸ ਤਰ੍ਹਾਂ ਉਹਦਾ ਖਿਆਲ ਰੱਖੀਏ? ਕੁਝ ਲੋਕ ਤਾਂ ਮੰਜੀ ਡਾ ਕੇ ਕੋਲ ਲੰਮੇ ਪੈ ਰਹਿੰਦੇ ਨੇ ਕਿ ਪਤਾ ਚੱਲੇ ਸਾਨੂੰ, ਉਹਦੀ ਕੋਈ ਇਖਤਿਆਤ ਦੱਸੋ ਕਿ ਸੌਣ ਤੋਂ ਪਹਿਲੇ ਕਿਹੜੀ ਕਿਹੜੀ ਗੱਲ ਦਾ ਖਿਆਲ ਰੱਖਣਾ ਹੈ? ਸਾਰੀ ਇੱਕ ਤੇ ਜਗ੍ਹਾ ਠੀਕ ਹੋਣੀ ਚਾਹੀਦੀ, ਬਿਲਕੁਲ ਸਹੀ, ਸਾਫ਼ ਹੋਣੀ ਚਾਹੀਦੀ ਹੈ, ਸਾਫ਼ ਹੋਣੀ ਚਾਹੀਦੀ ਹੈ ਸਦਾਬਹਾਰ। ਇਹ ਨਹੀਂ ਕਿ ਇੱਕ ਪਾਸੇ ਉੱਚੀ ਹੋਵੇ ਤੇ ਇੱਕ ਪਾਸੇ ਨੀਵੀਂ ਹੋਵੇ। ਕੀ ਬਾਤ, ਜਗ੍ਹਾ ਜਿਹੜੀ ਦਰਮਿਆਨੀ ਲੈਵਲ 'ਚ ਹੋਣੀ ਚਾਹੀਦੀ ਹੈ। ਸਹੀ ਹੈ। ਦੂਜਾ ਹੈ ਕਿ ਡੰਗਰ ਜਿਹੜਾ ਉਹਦਾ ਇhtiyat ਹੈ ਕਿ ਟਾਈਮ ਦਾ ਉਹਦਾ ਦੇਖਣਾ ਬਾਲਣਾ ਜ਼ਰੂਰੀ ਇਨਸਾਨ ਦਾ ਫਰਜ਼। ਸਹੀ ਹੈ। ਅਗਰ ਕੋਈ ਕਮੀ ਪੇਸ਼ੀ ਉਹਨੂੰ ਵੇਖਣਾ ਚਾਹੀਦਾ, ਕੀ ਵਜ੍ਹਾ ਹੈ ਉਹਦੀ ਇhtiyat ਕਰਨੀ ਚਾਹੀਦੀ। ਠੀਕ ਹੋ ਗਿਆ। ਅੱਛਾ, ਮੱਝ ਹੁਣ ਸੂ ਪਈ ਹੈ ਜੀ, ਤੇ ਜਿਹੜਾ ਬੱਚਾ ਵੇ ਉਹ ਜ਼ਾਹਰ ਹੈ ਕਿ ਉਹਦਾ ਵੀ ਖਿਆਲ ਰੱਖਣਾ, ਨਾਲ ਮੱਝ ਦਾ ਵੀ ਖਿਆਲ ਰੱਖਣਾ। ਕੁਝ ਲੋਕ ਕਹਿੰਦੇ ਨੇ ਕਿ ਇਹਨਾਂ ਨੂੰ ਸਖਤ ਚੀਜ਼ਾਂ ਨਹੀਂ ਪਾਣੀ ਚਾਹੀਦੀਆਂ ਔਰ ਵੰਡਾ ਨਹੀਂ ਪਾਣਾ ਚਾਹੀਦਾ ਜਿਹੜਾ ਜਾਨਵਰ ਤਾਜ਼ਾ ਸੋਇਆ ਹੋਇਆ। ਤੁਹਾਡਾ ਕੀ ਖਿਆਲ ਹੈ? ਜੀ ਆਈ ਸਾਹਿਬ। ਜੀ ਜਨਾਬ। ਤੇ ਉਹਨੂੰ ਫਿਰ ਕੀ ਦੇਣਾ ਚਾਹੀਦਾ? ਵੰਡੇ ਦੇ ਬਾਰੇ 'ਚ ਮੈਂ ਪੁੱਛਿਆ ਸੀ ਕਿ ਵੰਡਾ ਜਿਹੜਾ ਕਿ ਲੋਕ ਕਹਿੰਦੇ ਨੇ ਕਿ ਬੜਾ ਸਖਤ ਹੁੰਦਾ ਔਰ ਮੱਝ ਦਾ ਜਿਸਮ ਜਿਹੜਾ ਵੇ ਉਹ ਹੋ ਗਿਆ ਹੁੰਦਾ ਬੜਾ ਨਰਮ ਜਿਹਾ, ਤੇ ਉਹ ਜਿਹੜੀ ਸਖਤ ਗ਼ਜ਼ਾ ਹੈ ਉਹ ਨਹੀਂ ਖਾ ਸਕਦੀ। ਤੁਸੀਂ ਕੀ ਕਹਿੰਦੇ ਹੋ? ਸਰ ਦੇਣੀ ਚਾਹੀਦੀ ਹੈ ਵੰਡਾ, ਜਿਹੜਾ ਇਹ ਮੱਝ ਵਾਸਤੇ ਹੀ ਹੈ। ਮੱਝ ਵੰਡਾ ਖਾਏਗੀ ਤੇ ਜ਼ੋਰ ਸੁੱਟੇਗੀ ਤੇ ਪੱਠੇ ਖਾਏਗੀ, ਦੁੱਧ ਦੇਗੀ, ਇਹ ਦੇਣਾ ਚਾਹੀਦਾ ਵੰਡਾ। ਠੀਕ ਹੋ ਗਿਆ। ਯਾਨੀ ਕਿ ਤੁਸੀਂ ਇਹ ਪਹਿਲੇ ਜਿਹੜੇ ਲੋਕ ਸਨ
ਕਣਕ ਤੇ ਗੁੜ ਲਾ ਕੇ ਅੱਗੇ ਧਰ ਦੇਣ ਸੁੱਕਾ ਉਹਦਾ ਪੇੜਾ ਬਣਾ ਕੇ ਦੇ ਦੇਣ। ਉਹ ਪਾਗਲ ਨਹੀਂ ਸਨ, ਉਹ ਸਮਝਦਾਰ ਸਨ, ਸਹੀ ਕਰਦੇ। ਉਦੋਂ ਇਹ ਚੀਜ਼ ਇੰਨਾ ਪੈਸਾ ਨਹੀਂ ਸੀ, ਨਾ ਲੋਕ ਇੰਨਾ ਬੰਦਾ ਪਾਉਂਦੇ ਸਨ। ਠੀਕ ਹੈ, ਬਣਦਾ ਸੀ। ਹੁਣ ਤੇ ਲੋਕ ਉਸੇ ਦਿਨ ਸ਼ੁਰੂ ਕਰਦੇ, ਬਲਕਿ ਸੂਣ ਤੋਂ ਪਹਿਲਾਂ ਪਾਉਂਦੇ ਨੇ ਕਿ ਜਨਵਰੀ ਵਜੇ ਤਾਕਤਵਰ ਹੋਣਾ ਚਾਹੀਦਾ। ਸਹੀ ਹੋ ਗਿਆ। ਤੇ ਹੋਰ ਕਿਹੜੀ ਕਿਹੜੀ ਸ਼ੈ ਜਿਹੜੀ ਉਹ ਲੋਕ ਪਾਉਂਦੇ ਨੇ, ਮਸਲਾਂ ਗੁੜ ਹੋ ਗਿਆ ਜਾਂ ਸ਼ੱਕਰ ਹੋ ਗਈ, ਕੋਈ ਹੋਰ ਵੀ ਚੀਜ਼ਾਂ ਪਾਉਂਦੇ ਨੇ। ਸੂਪ ਹੈ ਜਾਨਵਰ ਤੇ ਉਹਨੂੰ ਕਿਹੜੀ ਕਿਹੜੀ ਸ਼ੈ ਦਈਏ ਤਾਂ ਕਿ ਉਹ ਫਿਰ ਉਹ ਮਤਲਬ ਬਿਮਾਰ ਨਾ ਹੋਏ, ਉਹ ਕੋਈ ਮਸਲਾ ਨਾ ਬਣੇ? ਸਰ ਉਹਦੇ ਪੱਠੇ ਸਾਫ਼ ਸਹੀ ਹੋਣੇ ਚਾਹੀਦੇ ਨੇ। ਠੀਕ ਹੈ। ਚੌਕਰ ਖਾਲ ਜਿਹੜੀ ਇਹ 2-3 ਦਿਨ ਤੋਂ ਬਾਅਦ ਜਿੰਨੀ ਤੁਸੀਂ ਪਾ ਕੋਈ ਮੁਸ਼ਕਿਲ ਨਹੀਂ। ਉਸੇ ਟਾਈਮ ਤੇ ਚੌਕਰ ਆਮ ਹੈ ਜੀ, ਚੌਕਰ ਨੇ ਪੱਠੇ ਤੋਂ ਖਵਾਉਣੇ ਚਾਹੀਦੇ, ਪੇਟ ਪੂਜਾ ਤੋਂ ਹੀ ਹੋਣੀ ਚਾਹੀਦੀ। ਬਿਲਕੁਲ। ਉਸ ਤੋਂ ਬਾਅਦ ਤਿਆਤਨ ਜਦੋਂ 2-4 ਦਿਨ ਹੋ ਜਾਂਦੇ ਨੇ ਤੇ ਫਿਰ ਉਹਨੂੰ ਵੰਡਾ ਪਾਓ। सही हो गया, ज़बरदस्त जी, बहुत शुक्रिया रियाज साहब, जज़ाकल्लाह, अस्सलाम वालेकुम।